ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਇਸ ਮਾਤ ਲੋਕ ਵਿੱਚ ਆਏ ਹਨ। ਇਕ ਬਾਸੁਰ ਕਾਲੂ ਨਿਜ ਸਾਧਨ। ਇੱਕ ਦਿਨ ਦਾ ਬਚਨ ਹੈ ਕਿ ਪਿਤਾ ਮਹਿਤਾ ਕਾਲੂ ਜੀ ਆਪਣੇ ਘਰ ਵਿੱਚ ਸਨ। ਬੈਸ ਬੁਲਾਇਓ ਬਾਰਜ ਬਦਨ। ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ। ਪਿਤਾ ਜੀ ਨੇ ਕੋਲ ਬਿਠਾ ਕੇ ਉਹਨਾਂ ਨਾਲ ਗੱਲਬਾਤ ਕੀਤੀ। ਦਰਬ ਕਮਾਵਨ ਸਿਖਵਨ ਹੇਤੂ। ਪਿਤਾ ਜੀ ਸਤਿਗੁਰੂ ਜੀ ਨੂੰ ਪੈਸਾ ਕਮਾਉਣ ਦੀਆਂ ਤਰਕੀਬਾਂ ਦੱਸਣ ਲੱਗੇ ਨੇ, ਜੁਗਤੀਆਂ ਦੱਸਣ ਲੱਗੇ ਨੇ ਵੀ ਧਨ ਕਿਵੇਂ ਕਮਾਈ ਦਾ, ਏਦਾਂ ਖੱਟੀ ਦਾ, ਧਨ ਦੀ ਕਿੰਨੀ ਮਹਿਮਾ ਹੈ। ਪੈਸੇ ਬਿਨਾਂ ਨਹੀਂ ਕੋਈ ਪੁੱਤਰਾ ਪੁੱਛਦਾ ਸੰਸਾਰ ਦੇ ਵਿੱਚ। ਇਹ ਰਿਸ਼ਤੇਦਾਰ ਵੀ ਤਾਂ ਹੀ ਬੋਲਦੇ ਆ ਜੇ ਕੋਲ ਦੋ ਪੈਸੇ ਛਿੱਲੜ ਹੋਣ। ਮਹਾਰਾਜ ਜੀ ਨੂੰ ਏਦਾਂ ਪਿਤਾ ਜੀ ਦੱਸ ਰਹੇ ਆ, ਐਸੇ ਸਤਿਗੁਰੂ ਜੀ ਜਿਹੜੇ ਸੰਸਾਰ ਦੀ ਸਾਰੀ ਮਾਇਆ ਦੇ ਪਤੀ ਨੇ, ਉਹਨਾਂ ਨੂੰ ਮਾਇਆ ਕਿਵੇਂ ਕਮਾਈ ਦੀ ਆ ਉਹਦੇ ਤਰੀਕੇ ਪਿਤਾ ਜੀ ਦੱਸਦੇ ਹਨ। ਨਿਕਟ ਬਸਾਇਓ ਕਿਰਪਾ ਨਿਕੇਤੂ। ਕਿਰਪਾ ਦੇ ਨਕੇਤ ਸਤਿਗੁਰੂ ਜੀ ਨੂੰ ਆਪਣੇ ਕੋਲ ਬਿਠਾਇਆ ਹੋਇਆ ਪਿਤਾ ਜੀ ਨੇ। ਪ੍ਰੀਤ ਚਿੰਤ ਮੈਂ ਸਾਨੀ ਬਾਨੀ। ਮਨ 'ਚ ਪ੍ਰੇਮ ਵੀ ਹੈ ਸਤਿਗੁਰਾਂ ਪ੍ਰਤੀ, ਪਰ ਚਿੰਤਾ ਵੀ ਹੈ। ਚਿੰਤਾ ਇਸ ਗੱਲ ਦੀ ਹੈ ਵੀ ਮੇਰਾ ਪੁੱਤਰ ਕਿਸੇ ਆਰੇ ਨਹੀਂ ਲੱਗਾ, ਕੰਮ ਨਹੀਂ ਲੱਗਾ, ਤੇ ਪ੍ਰੇਮ ਵੀ ਹੈ ਮਨ 'ਚ ਵੀ ਮੇਰਾ ਇੱਕੋ ਇੱਕ ਪੁੱਤਰ ਹੈ। ਪਿਤਾ ਜੀ ਜਿਹੜੀ ਗੱਲਬਾਤ ਕਰ ਰਹੇ ਨੇ ਨਾ, ਉਹਦੇ ਵਿੱਚ ਪ੍ਰੇਮ ਵੀ ਛਲਕ ਰਿਹਾ ਹੈ, ਉਹਦੇ ਵਿੱਚ ਉਹਨਾਂ ਦੇ ਚਿੱਤ ਦੀ ਚਿੰਤਾ ਵੀ ਪ੍ਰਗਟ ਹੋ ਰਹੀ ਹੈ। ਬੋਲਿਓ ਰੀਤ ਅਨੀਤ ਪਛਾਨੀ। ਜਿਹੜੀ ਅਨੀਤ ਹੈ ਉਹ ਰੀਤ ਨੂੰ ਪਛਾਣਦਿਆਂ ਹੋਇਆਂ ਪਿਤਾ ਜੀ ਬੋਲੇ, ਸੁਤ ਨਾਨਕ ਤੂੰ ਏਕ ਹਮਾਰੇ। ਕਹਿਣ ਲੱਗੇ, ਹੇ ਪੁੱਤਰ ਨਾਨਕ ਤੂੰ ਇੱਕੋ ਇੱਕ ਸਾਡਾ ਬੱਚਾ ਹੈ। ਸਾਡੇ ਕੋਲ ਕਿਹੜਾ ਪੁੱਤਰਾਂ ਦਾ ਰੋਲ ਪਿਆ ਹੈ, ਤੂੰ ਇੱਕੋ ਇੱਕ ਸਾਡਾ ਸਾਹਿਬਜ਼ਾਦਾ, ਸਾਡਾ ਪੁੱਤਰ ਹੈ। ਨਹਿ ਦੂਸਰ ਜੋ ਕਾਜ ਸੰਭਾਰੇ। ਕੋਈ ਦੂਜਾ ਨਹੀਂ ਹੈ ਤੇਰੇ ਨਾਲ ਜਿਹੜਾ ਬਾਕੀ ਘਰ ਦੇ ਕੰਮਕਾਰ ਸੰਭਾਲ ਲਵੇ। ਦੂਜਾ ਤੇਰਾ ਭਰਾ ਹੁੰਦਾ, ਪੁੱਤ ਹੁੰਦਾ ਸਾਡਾ, ਤਾਂ ਉਹ ਵੀ ਘਰ ਦਾ ਕੰਮਕਾਰ ਸਾਂਭ ਲੈਂਦਾ। ਦੂਜਾ ਕੋਈ ਹੈ ਨਹੀਂ ਤੇਰੇ ਨਾਲ। ਤੁਮ ਨੈ ਤਜ ਦੀਨੋ ਅਸਰੀਤੂ। ਤੇ ਬੇਟਾ ਤੂੰ ਇੱਕੋ ਇੱਕ ਪੁੱਤਰ ਹੈ ਤੇ ਤੂੰ ਵੀ ਘਰ ਦੇ ਸਾਰੇ ਕੰਮਕਾਰ ਛੱਡ ਬੈਠਾ, ਘਰ ਦਾ ਕੋਈ ਕੰਮ ਨਹੀਂ ਕਰਦਾ। ਜਿਉ ਬੈਰਾਗ ਦਿੜ ਹੋਏ ਅਤੀਤੂ। ਤੂੰ ਇਹ ਸਭ ਕੁਝ ਤਿਆਗ ਕੇ ਏਦਾਂ ਹੋ ਗਿਆ ਜਿਵੇਂ ਕੋਈ ਪਰਮ ਵੈਰਾਗੀ ਹੋਵੇ। ਤੇਰੇ ਮਨ 'ਚ ਵੈਰਾਗ ਆ ਗਿਆ, ਕਿਸੇ ਪਦਾਰਥ ਵਾਲੇ ਪਾਸੇ ਤੇਰੀ ਰੁਚੀ ਨਹੀਂ, ਕਿਸੇ ਕੰਮ ਵਾਲੇ ਪਾਸੇ ਤੇਰਾ ਧਿਆਨ ਨਹੀਂ। ਤੂੰ ਆਪਣੇ ਮਨ ਦੇ ਵਿੱਚ ਪੁੱਤਰ ਨਾਨਕ ਵੈਰਾਗ ਵਾਲੀ ਦਸ਼ਾ ਬਣਾ ਲਈ ਹੈ। ਕਹੋ ਗ੍ਰਸਤ ਸਿਉ ਕਿਉਂ ਬਨ ਆਵੇ। ਬੇਟਾ ਇਹ ਦੱਸ ਵੀ ਗ੍ਰਸਤੀਆਂ ਨੂੰ ਏਦਾਂ ਕਿਵੇਂ ਬਣ ਆਉਂਦਾ ਜਿਵੇਂ ਤੁਸੀਂ ਕਰਦੇ ਹੋ। ਜਿਹੜਾ ਬੰਦਾ ਗ੍ਰਸਤੀ ਹੋਵੇ ਉਹ ਏਦਾਂ ਕਰੇ ਤੇ ਉਹਦਾ ਕਿਵੇਂ ਗੁਜ਼ਾਰਾ ਹੋਵੇਗਾ। ਗ੍ਰਸਤੀਆਂ ਨੂੰ ਏਦਾਂ ਕਿਵੇਂ ਬਣ ਸਕਦਾ ਹੈ। ਨਿਸਬਾਸੁਰ ਬਿਨ ਕਾਮ ਬਿਤਾਵੇ। ਕਿ ਰਾਤ ਦਿਨ ਕੰਮਕਾਰਾਂ ਦੇ ਵਿੱਚ ਹੀ ਆਪਣੇ ਸਮੇਂ ਨੂੰ ਬਤੀਤ ਕਰਨਾ, ਤਾਂ ਗ੍ਰਸਤੀਆਂ ਦੀ ਜੀਵਨ ਦੀ ਤਾਂ ਜਾ ਕੇ ਉਹਨਾਂ ਦੀ ਜੀਵਨ ਦਾ ਨਿਰਵਾਹ ਚੱਲਦਾ ਜੇ ਗ੍ਰਸਤੀ ਰਾਤ ਦਿਨ ਕੰਮ 'ਚ ਲੱਗੇ ਰਹਿਣ। ਮੁਝ ਜੀਵਤ ਜੇ ਲੇਤ ਸੰਭਾਰੀ। ਇਹ ਪੁੱਤਰ ਜੇ ਮੇਰੇ ਜੀਵਦਿਆਂ ਤੁਸੀਂ ਇਹ ਸਾਰੇ ਘਰ ਦੀ ਜ਼ਿੰਮੇਵਾਰੀ ਸੰਭਾਲ ਲਵੋ, ਘਰ ਦੇ ਸਾਰੇ ਕੰਮ ਧੰਦੇ ਤੁਸੀਂ ਸੰਭਾਲ ਲਵੋ, ਹਉ ਜਾਣਤ ਸੁਤ ਹੋਇ ਸੁਖਕਾਰੀ। ਤੇ ਮੈਂ ਵੀ ਜਾਣਾਂਗਾ ਵੀ ਪੁੱਤਰ ਏਦਾਂ ਦੇ ਸੁੱਖ ਦਿੰਦੇ ਆ, ਵੀ ਪੁੱਤਰ ਏਦਾਂ ਆਪਣੇ ਪਿਓ ਨੂੰ ਸੁੱਖ ਦਿੰਦੇ ਆ। ਜੇ ਪੁੱਤਰ ਤੁਸੀਂ ਮੇਰੇ ਜਿਉਂਦਿਆਂ ਜੀ ਸਾਂਭ ਲਓ ਸਾਰਾ ਕੁਝ, ਤੇ ਮੈਂ ਵੀ ਪੁੱਤਰ ਦਾ ਸੁੱਖ ਪ੍ਰਾਪਤ ਕਰ ਲਾਂਗਾ ਜਿਉਂਦਿਆਂ ਜੀ। ਤੁਜ ਜਨਮਤ ਮਨ ਭਾ ਪਰਵਾਸਾ। ਪੁੱਤਰ ਜੀ ਜਦੋਂ ਤੁਹਾਡਾ ਜਨਮ ਹੋਇਆ ਸੀ ਨਾ, ਕੱਤਕ ਦੀ ਪੂਰਨਮਾਸ਼ੀ ਨੂੰ, ਮੇਰੇ ਮਨ 'ਚ ਬੜਾ ਭਰੋਸਾ ਬੱਝਾ ਸੀ, ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਸੀ। ਨਾਨਕ ਕਰ ਹੈ ਨਾਮ ਪ੍ਰਕਾਸ਼ਾ। ਕਿਉਂਕਿ ਪੰਡਤ ਅਰਦਿਆਲ ਨੇ ਵੀ ਕਿਹਾ ਸੀ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਵੀ ਮੇਰਾ ਪੁੱਤਰ ਨਾਨਕ ਵੱਡਾ ਹੋ ਕੇ ਮੇਰੇ ਨਾਂ ਦਾ ਸਾਰੇ ਸੰਸਾਰ 'ਚ ਪ੍ਰਕਾਸ਼ ਕਰੇਗਾ, ਮੇਰੇ ਨਾਂ ਨੂੰ ਚਾਰ ਚੰਨ ਲਾਏਗਾ। ਮੇਰੇ ਮਨ 'ਚ ਇਸ ਗੱਲ ਦੀ ਖੁਸ਼ੀ ਸੀ। ਦਰਬ ਕਮਾਵਨ ਮੈਂ ਜਸ ਮੇਰੋ। ਕਿ ਪੈਸਾ ਕਮਾਵੇਗਾ ਮੇਰਾ ਪੁੱਤਰ, ਉਹਦੇ ਨਾਲ ਮੇਰਾ ਵੀ ਜਸ ਹੋਵੇਗਾ, ਕਿਉਂਕਿ ਪੈਸੇ ਨਾਲ ਸੰਸਾਰ 'ਚ ਸੋਭਾ ਹੁੰਦੀ ਹੈ।
ਮੇਰੀ ਵੀ ਜੇ 20 ਪਿੰਡਾਂ ਦੇ ਵਿੱਚ ਸੋਭਾ ਹੈ ਤੇ ਪੁੱਤਰ ਧਨ ਕਰਕੇ ਆ ਵੀ ਮੈਂ ਧਨ ਕਮਾਉਣਾ ਤੇ ਮੇਰੇ ਕੋਲ ਘਰ ਵਿੱਚ ਸਭ ਕੁਝ ਹੈ ਤੇ ਵੇਖ ਮੇਰੀ ਕਿੰਨੀ ਸੋਭਾ ਤੇ ਜਸ ਹੈ। ਜਾਣੈ ਸਭ ਪੁਰ ਮਾਹੇ ਕਨੇਰੋ। ਸਾਰੇ ਨਗਰਾਂ ਦੇ ਵਿੱਚ ਮੇਰੀ ਸੋਭਾ ਹੈ ਕਿ ਪਟਵਾਰੀ ਮਹਿਤਾ ਕਾਲੂ ਦੇ ਕੋਲ ਚੰਗਾ ਪੈਸਾ ਹੈ, ਘਰ ਵਿੱਚ ਧਨ ਦੌਲਤ ਸਭ ਕੁਝ ਹੈ। ਆ ਵੇਖ ਕਿਵੇਂ ਲੋਕ ਮੇਰਾ ਸਤਿਕਾਰ ਕਰਦੇ ਨੇ, ਕਿਵੇਂ ਮੇਰਾ ਜਸ ਕਰਦੇ ਨੇ। ਬੇਟਾ, ਇਹ ਸਾਰੀ ਵਡਿਆਈ ਜਸ ਪੈਸੇ ਨਾਲ ਪ੍ਰਾਪਤ ਹੁੰਦੀ ਹੈ। ਜਿਮ ਰਾਂਕਾ ਕੋ ਇੰਦਨ ਨਿਹਾਰੀ। ਤੇ ਮੇਰੀ ਇੰਨੀ ਸੋਭਾ, ਕਹਿੰਦੇ ਜਿਵੇਂ ਚੰਦਰਮਾ ਦੀ ਚਾਨਣੀ ਹੁੰਦੀ ਹੈ ਉਦਾਂ ਮੇਰੀ ਸੋਭਾ ਹੈ ਸਾਰੇ ਪਾਸੇ ਚੰਨ ਵਾਂਗੂ। ਦੇਖ ਸਰਾਹੈ ਸਭ ਨਰ ਨਾਰੀ। ਸਾਰੇ ਲੋਕ ਸ਼ਲਾਘਾ ਕਰਦੇ ਨੇ, ਉਪਮਾ ਕਰਦੇ ਨੇ। ਜਿਵੇਂ ਪੂਰਨਮਾਸ਼ੀ ਦੇ ਚੰਨ ਨੂੰ ਵੇਖ ਕੇ ਲੋਕ ਚੰਨ ਦੀ ਉਪਮਾ ਕਰਦੇ ਨੇ, ਏਦਾਂ ਮੇਰੀ ਸੋਭਾ ਹੈ ਸਾਰੇ ਪਾਸੇ। ਰਾਹੋ ਸਰਸ ਤੂੰ ਭਾ ਕਰ ਮਾਹੀ। ਮੇਰੀ ਚੰਦਰਮਾ ਵਰਗੀ ਸੋਭਾ ਹੈ ਸਾਰੇ ਸੰਸਾਰ 'ਚ ਮੇਰਾ ਜਸ ਹੈ। ਪਰ ਬੇਟਾ, ਤੂੰ ਮੇਰੇ ਘਰ ਦੇ ਵਿੱਚ ਰਾਹੂ ਬਣ ਕੇ ਜੰਮਿਆ। ਰਾਹੂ ਚੰਨ ਨੂੰ ਆ ਕੇ ਜਦੋਂ ਕੱਜ ਲੈਂਦਾ ਤੇ ਉਹਦੀ ਸਾਰੀ ਸੋਭਾ ਨੂੰ ਢੱਕ ਲੈਂਦਾ। ਨਾਲੇ ਪਿਤਾ ਜੀ ਪ੍ਰੇਮ ਨਾਲ ਗੱਲ ਕਰਦੇ ਆ, ਨਾਲ ਇਦਾਂ ਵੀ ਕਹੀ ਜਾਂਦੇ ਆ ਵੀ ਤੂੰ ਮੇਰੇ ਘਰ ਦੇ ਵਿੱਚ, ਮੇਰੀ ਸੋਭਾ ਤਾਂ ਚੰਨ ਵਰਗੀ ਸੀ ਪਰ ਤੂੰ ਮੇਰੇ ਘਰ ਦੇ ਵਿੱਚ ਰਾਹੂ ਬਣ ਕੇ ਜੰਮਿਆ। ਜਿਹੜੀ ਮਾੜੀ ਮੋਟੀ ਸੋਭਾ ਸੀ, ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਕਿ ਕਾਲੂ ਦਾ ਜਿਹੜਾ ਪੁੱਤਰ ਹੈ ਉਹ ਤਾਂ ਭੋਲਾ ਹੈ ਜੀ, ਉਹਦੀ ਤਾਂ ਅਕਲ ਕੋਈ ਨਹੀਂ ਜੀ, ਉਹ ਤਾਂ ਘਰ ਦਾ ਸਮਾਨ ਉਜਾੜਨ ਵਾਲਾ ਹੈ। ਆ ਵੇਖ ਜਿਹੜੀ ਮੇਰੀ ਮਾੜੀ ਮੋਟੀ ਸੋਭਾ ਸੀਗੀ ਪਹਿਲਾਂ, ਉਹ ਵੀ ਤੇਰੇ ਕਰਕੇ ਜਾਂਦੀ ਰਹੀ ਹੈ। ਸਭ ਵਿਦ ਮੰਦ ਭਗ ਕਰਤ ਪਾਤਾਈ। ਮੇਰੀ ਜਿਹੜੀ ਵਡਿਆਈ ਸੀ ਉਹ ਹਰ ਪੱਖ ਤੋਂ ਨਾਨਕ ਤੂੰ ਮੰਦ ਕਰਕੇ ਰੱਖ ਦਿੱਤੀ ਹੈ। ਏਕ ਨ ਮਤ ਮਨ ਬਨਜ ਕਰਨ ਕੀ। ਤੇਰੇ ਵਿੱਚ ਇੱਕ ਵੀ ਗੱਲ ਨਹੀਂ ਕਦੇ ਆਉਂਦੀ ਵੀ ਕਦੇ ਕੋਈ ਮਾੜਾ ਮੋਟਾ ਪੈਸਾ ਕਮਾਉਣ ਦਾ, ਕੋਈ ਵਪਾਰ ਕਰਨ ਦਾ ਕੋਈ ਤਰੀਕਾ, ਵੀ ਤੇਰੇ ਦਿਮਾਗ 'ਚ ਕਦੇ ਆਉਂਦੀ ਨਹੀਂ ਕੋਈ ਗੱਲ ਵੀ ਮੈਂ ਇਦਾਂ ਪੈਸਾ ਕਮਾਵਾਂ ਜਾਂ ਇਦਾਂ ਧਨ ਕਮਾਵਾਂ। ਤੇਰੀ ਉਮਰ ਦੇ ਬੱਚੇ ਜਾ ਕੇ ਵਪਾਰ ਕਰਦੇ ਆ, ਉਹ ਕਮਾਈਆਂ ਕਰਦੇ ਆ, ਤੇਰੇ ਦਿਮਾਗ 'ਚ ਨਹੀਂ ਕਦੇ ਆਉਂਦੀ। ਪਿਤਾ ਜੀ ਕਹਿੰਦੇ ਤੈਨੂੰ ਨਹੀਂ ਕਦੇ ਅਕਲ ਆਉਂਦੀ ਵੀ ਮੈਂ ਵੀ ਪੈਸਾ ਕਮਾਵਾਂ, ਧਨ ਕਮਾਵਾਂ। ਬਹੁਰ ਨਖਤਰੀ ਰੀਤ ਬਰਨ ਕੀ। ਫਿਰ ਜਿਹੜੀ ਸਾਡੇ ਖੱਤਰੀਆਂ ਦੀ ਵਰਣ ਦੀ ਰੀਤ ਹੁੰਦੀ ਹੈ, ਵਪਾਰ ਵਗੈਰਾ ਕਰਨਾ, ਦੁਕਾਨਦਾਰੀਆਂ ਕਰਨੀਆਂ, ਬਜਾਜੀ ਕਰਨੀ, ਕੱਪੜੇ ਆਦਿਕ ਵੇਚਣੇ, ਆ ਜਿਹੜਾ ਸਾਡੀ ਜਿਹੜੀ ਖੱਤਰੀਆਂ ਦੀ ਰੀਤ ਹੁੰਦੀ ਹੈ ਵਪਾਰ ਵਗੈਰਾ ਕਰਨ ਦੀ, ਹਾਰਿਓ ਅਨਕ ਬਿਦਨ ਮਤ ਦੇਤੂ। ਤੂੰ ਉਹ ਵੀ ਨਹੀਂ ਕਰਦਾ। ਮੈਂ ਤਾਂ ਤੈਨੂੰ ਅਕਲ ਦੇ ਦੇ ਕੇ ਹਾਰ ਗਿਆ ਪੁੱਤਰ। ਕਿੰਨਾ ਕੁ ਚਿਰ ਆਖਦਾ ਰਹਾਂਗਾ, ਮੈਂ ਕਿੰਨਾ ਕੁ ਚਿਰ ਬਹਿ ਰਹਿਣਾ ਹੋਰ ਭਲਾ ਇਸ ਸੰਸਾਰ ਦੇ ਵਿੱਚ, ਤੇ ਮੈਂ ਤੈਨੂੰ ਕਿੰਨਾ ਕੁ ਚਿਰ ਤੱਕ ਸਮਝਾਉਂਦਾ ਰਹਾਂਗਾ। ਕਬ ਹੈ ਕਮਾਏ ਨਾ ਲਿਆਏ ਨਕੇਤੂ। ਪੁੱਤਰ ਕਦੇ ਤਾਂ ਮੈਨੂੰ ਉਹ ਦਿਨ ਵਿਖਾ ਕੇ ਤੂੰ ਵੀ ਕਮਾਈ ਕਰਕੇ ਲਿਆਵੇਂ ਤੇ ਮੇਰੀ ਤਲੀ ਤੇ ਧਰੇ ਤੇ ਮੈਨੂੰ ਖੁਸ਼ੀ ਹੋਵੇ ਵੀ ਮੇਰਾ ਪੁੱਤ ਕਮਾਈ ਕਰਕੇ ਲਿਆਇਆ। ਅੱਜ ਤਾਈਂ ਤਾਂ ਵਿਜਾੜ ਕੇ ਹੀ ਆਇਆ ਜੋ ਕੁਝ ਸੀਗਾ ਮੇਰੇ ਕੋਲ ਘਰ ਵਿੱਚ। ਕਦੇ ਮੇਰੀ ਵੀ ਜ਼ਿੰਦਗੀ 'ਚ ਉਹ ਦਿਨ ਆਊਗਾ ਜਦੋਂ ਤੂੰ ਕਮਾਈ ਕਰਕੇ ਲਿਆ ਕੇ ਮੇਰੀ ਤਲੀ ਤੇ ਧਰੇਗਾ। ਜਾਨਕ ਬਚਨ ਤੂੰ ਸਨ ਕਰ ਸੁਨੀਆ। ਪਿਤਾ ਜੀ ਦੇ ਇੱਕ ਇੱਕ ਵਾਕ ਨੂੰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਚੁੱਪਚਾਪ ਸੁਣਿਆ ਕਿ ਇੱਕ ਪੁੱਤਰ ਆਪਣੇ ਪਿਤਾ ਦੇ ਸਨਮੁਖ ਕਿਵੇਂ ਹੋ ਕੇ ਰਹੇ, ਉਹ ਵੀ ਸਿੱਖਿਆ ਪਾਤਸ਼ਾਹ ਸਿਖਾ ਰਹੇ ਨੇ। ਪੁੱਤਰ ਧਰਮ ਧਨ ਆਦਿਕ ਕਮਾਉਣ ਵਾਸਤੇ ਪਾਤਸ਼ਾਹ ਨਹੀਂ ਆਏ, ਉਹ ਇੱਕ ਪਿਤਾ ਜੀ ਦੀ ਮਮਤਾ ਹੈ। ਪਰ ਇੱਕ ਪਿਤਾ ਦੇ ਸਨਮੁਖ ਉਹਦਾ ਅਦਬ ਕਿਵੇਂ ਰੱਖਣਾ ਹੈ, ਉਹਦਾ ਸਤਿਕਾਰ ਪੁੱਤਰ ਨੇ ਕਿਵੇਂ ਕਰਨਾ ਹੈ, ਉਹ ਇੱਥੇ ਵੱਡੀ ਸਿੱਖਿਆ ਮਹਾਰਾਜ ਜੀ ਸਿਖਾ ਰਹੇ ਨੇ। ਕਦੇ ਇਹ ਨਹੀਂ ਆਖਿਆ ਜਿਵੇਂ ਅੱਜ ਕੱਲ ਦੇ ਬੱਚੇ ਝੱਟ ਪਿਓ ਦੇ ਸਾਹਮਣੇ ਬੋਲਦੇ ਆ ਕਹਿੰਦੇ ਆ ਤੂੰ ਕੀ ਕੀਤਾ ਸਾਡੇ ਵਾਸਤੇ। ਉਹ ਜੇ ਕਹਿ ਦੇਵੇ ਵੀ ਤੂੰ ਸਾਡੀ ਕੁੱਲ ਦੇ ਵਿੱਚ ਜੰਮ ਕੇ ਰਾਹੂ ਬਣ ਕੇ ਆਇਆ, ਝੱਟ ਅੱਗੋਂ ਅੱਗ ਦਾ ਭੰਬੂੜਾ ਹੋਏ, ਚੰਗਾ ਮੈਂ ਚੱਲਿਆ। ਡਰਾਵੇ ਦਿੰਦੇ ਆ, ਧਮਕੀਆਂ ਦਿੰਦੇ ਆ ਕਈ ਪ੍ਰਕਾਰ ਦੀਆਂ। ਮਾਂ-ਬਾਪ ਵੀ ਇਹੋ ਜਿਹੇ ਪੁੱਤਰਾਂ ਤੋਂ ਫਿਰ ਸਹਿਮ ਕੇ ਰਹਿੰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਪੁੱਤਰ ਦਾ ਧਰਮ ਕੀ ਹੈ ਕਿ ਆਪਣੇ ਪਿਤਾ ਦੇ ਸਨਮੁਖ ਕਿਵੇਂ ਉਹ ਰਹੇ ਨੇਤਰ ਨੀਵੇਂ ਕਰਕੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸਿਖਾ ਰਹੇ ਨੇ।
ਹਾਲਾਂਕਿ ਪਿਤਾ ਜੀ ਨੇ ਆਪਣੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕੋਈ ਘੱਟ ਨਹੀਂ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ। ਪਿਤਾ ਜੀ ਇਦਾਂ ਕਿਉਂ ਕਹਿੰਦੇ ਹੋ ਮੈਂ ਰਾਹੂ ਹਾਂ, ਜਾਂ ਇਦਾਂ ਕਿਉਂ ਕਹਿੰਦੇ ਹੋ ਮੈਂ ਮਖੱਟੂ ਹਾਂ। ਬਹੁਤ ਕੁਝ ਆਖਿਆ ਪਿਤਾ ਜੀ ਨੇ, ਪਰ ਪਿਤਾ ਦੇ ਸਨਮੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਬਿਲਕੁਲ ਚੁੱਪ ਰਹੇ। ਦੁਨੀਆ ਦੇ ਹਰ ਇੱਕ ਪੁੱਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਇਹ ਸਿੱਖਿਆ ਦੇ ਰਹੇ ਨੇ, ਪ੍ਰੇਰਨਾ ਦੇ ਰਹੇ ਨੇ। ਜਿਉ ਅਡੋਲ ਬੈਠੇ ਵੱਡ ਮੁਨੀਆਂ, ਜਿਵੇਂ ਕੋਈ ਵੱਡਾ ਮੁਨੀ ਅਡੋਲ ਹੋ ਕੇ ਬੈਠਾ ਹੁੰਦਾ ਨਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਹੋ ਕੇ ਬੈਠੇ ਨੇ। ਬਹੁ ਬਿਦ ਕੀ ਕਹਿ ਗਿਰਾ ਕਠੋਰਾ, ਪਿਤਾ ਜੀ ਨੇ ਬੜੀਆਂ ਕਠੋਰ ਸ਼ਬਦਾਵਲੀ ਦੇ ਸ਼ਬਦ ਵੀ ਕਹੇ, ਬੜੇ ਕਰੜੇ ਕਰੜੇ ਬੋਲ ਵੀ ਕਹੇ। ਤੂੰ ਸਨ ਭਾ ਜਿਸ ਰੋਸ ਨ ਥੋਰਾ। ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਚੁੱਪ ਨੇ। ਪਿਤਾ ਜੀ ਦੇ ਮਨ 'ਚ ਜਿਵੇਂ ਜਿਵੇਂ ਬੋਲੀ ਜਾਂਦੇ, ਸਤਿਗੁਰੂ ਜੀ ਅੱਗੋਂ ਬੋਲਦੇ ਨਹੀਂ, ਪਿਤਾ ਜੀ ਹੋਰ ਗੁੱਸੇ 'ਚ ਆਈ ਜਾਂਦੇ, ਹੋਰ ਗੁੱਸੇ ਵਿੱਚ ਆ ਕੇ ਬੋਲਦੇ ਹਨ। ਘਟ ਕਾ ਜੁਗਲ ਬਤੀਤੀ ਜਬਹੀ, ਇਦਾਂ ਤਕਰੀਬਨ 2 ਘੜੀਆਂ ਬੀਤ ਗਈਆਂ, ਯਾਨੀ ਕਿ 48 ਮਿੰਟ ਦਾ ਸਮਾਂ ਬੀਤ ਗਿਆ। ਤਪਤ ਰਿਦਾਸੀ ਤਲਪਾ ਤਬਹੀ। ਹੁਣ ਕਿੰਨਾ ਕੁ ਬੋਲਦੇ, ਅਖੀਰ ਨੂੰ ਇੱਕ ਬੰਦਾ ਚੁੱਪ ਕਰ ਜੇ, ਦੂਜਾ ਬੋਲੀ ਜੇ, ਅਖੀਰ ਨੂੰ ਉਹ ਵੀ ਚੁੱਪ ਕਰ ਹੀ ਜਾਂਦਾ, ਫਿਰ ਉਹਦਾ ਵੀ ਮਨ ਦਾ ਗੋਬਰ ਜਿਹਾ ਨਿਕਲ ਜਾਂਦਾ ਤੇ ਮਨ ਸ਼ਾਂਤ ਹੋ ਜਾਂਦਾ। 2 ਘੜੀਆਂ ਬਾਅਦ ਪਿਤਾ ਜੀ ਦਾ ਮਨ ਵੀ ਨਾ ਬੋਲ ਬੁਲਾ ਕੇ ਜਦੋਂ ਸ਼ਾਂਤ ਜਿਹਾ ਹੋ ਗਿਆ, ਬਾਹਰੋਂ ਬੋਲੇ ਬੋਲੇ ਅਮੋਲਾ। ਸਤਿਗੁਰੂ ਜੀ ਹੁਣ ਬੋਲੇ। ਹੁਣ ਵੇਖਿਆ ਵੀ ਪਿਤਾ ਜੀ ਦਾ ਮਨ ਸ਼ਾਂਤ ਹੈ। ਸਾਹਿਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣ ਬੋਲੇ ਹਨ। ਪਿਤਾ ਜੀ ਨੂੰ ਜਦੋਂ ਅਮੋਲਕ ਬੋਲ ਕੇ ਕਹਿਣ ਲੱਗੇ, ਜਨ ਕਾਲੂ ਸੁਖ ਕੁਲਫੈ ਖੋਲਾ। ਉਹ ਬੋਲੇ ਨੇ ਮਾਨੋ ਜਿਨ੍ਹਾਂ ਬੋਲਾਂ ਨਾਲ ਪਿਤਾ ਮਹਿਤਾ ਕਾਲੂ ਜੀ ਦੇ ਸੁੱਖਾਂ ਦਾ ਜੰਦਰਾ ਖੁੱਲ ਜਾਣਾ। ਕੁਲਫ ਕਹਿੰਦੇ ਆ ਜੰਦਰੇ ਨੂੰ। ਉਹ ਬੋਲੇ ਮੇਰੇ ਸਾਹਿਬ ਨੇ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮਾਨੋ ਪਿਤਾ ਜੀ ਦੇ ਅੰਦਰ ਜਿਹੜੇ ਸੁੱਖਾਂ ਦੇ ਘਰ ਨੂੰ ਤਾਲਾ ਲੱਗਾ ਹੋਇਆ ਨਾ, ਉਹ ਤਾਲਾ ਖੁੱਲ ਜਾਣਾ ਸੁੱਖਾਂ ਦੇ ਘਰ ਦਾ। ਬਖਸ਼ ਖਤਾ ਪਿਤ ਪਾਛਲ ਕੇਰੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਗਲਤੀ ਮੇਰੇ ਸਾਹਿਬ ਨੇ ਕੀਤੀ ਹੈ, ਕੀ ਖਤਾ ਕੀਤੀ ਹੈ? ਕੋਈ ਨਹੀਂ ਨਾ ਕੀਤੀ। ਫਿਰ ਵੀ ਕਹਿੰਦੇ ਪਿਤਾ ਜੀ ਮੇਰੇ ਕੋਲੋਂ ਜਿਹੜੀਆਂ ਕੁਝ ਪਹਿਲਾਂ ਖਤਾਵਾਂ ਹੋ ਗਈਆਂ ਨੇ ਉਹ ਬਖਸ਼ ਦਿਓ। ਬਸ ਇਹ ਵੇਖੋ ਪ੍ਰੈਕਟੀਕਲ ਕਰਕੇ ਸਤਿਗੁਰੂ ਸਮਝਾਉਂਦੇ ਆ ਕਿ ਕਿਵੇਂ ਪਿਤਾ ਦਾ ਮਨ ਸ਼ਾਂਤ ਹੋ ਜਾਂਦਾ। ਪੁੱਤਰ ਝੱਟ ਆਪਣੀ ਗਲਤੀ ਮੰਨ ਲੈ, ਠੀਕ ਹੈ ਪਿਤਾ ਜੀ ਮੇਰੀ ਗਲਤੀ, ਮੈਂ ਖਿਮਾ ਯਾਚਨਾ ਕਰਦਾ। ਉੱਥੇ ਹੀ ਸਾਰੀ ਸਮੱਸਿਆ ਸ਼ਾਂਤ ਹੋ ਜਾਂਦੀ ਹੈ। ਪਰ ਤੈਨੂੰ ਕੀ ਪਤਾ ਅੱਜ ਕੱਲ ਹੋਰ ਸਮਾਂ, ਤੇਰੇ ਵੇਲੇ ਬਾਪੂ ਹੋਰ ਕੰਮ ਹੁੰਦਾ ਸੀ, ਤੇ ਬਾਪੂ ਵੀ ਅੱਗੋਂ ਸੋਚਦਾ ਪੁੱਤਰ ਚੰਦ ਤਾਰੇ ਤਾਂ ਉਹੀ ਨੇ ਨਾ, ਉਹੀ ਹੈ ਨਾ ਸਾਰਾ ਕੁਝ, ਜਿਹੜੇ ਤਜਰਬੇ ਹੁੰਦੇ ਉਹ ਤਾਂ ਉਹੀ ਰਹਿੰਦੇ ਆ ਨਾ, ਉਹ ਵੀ ਵੇਖਦਾ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ ਪਿਤਾ ਜੀ ਦੀਆਂ ਬਹੁਤ ਗੱਲਾਂ ਸੁਣ ਕੇ। ਜਦੋਂ 2 ਘੜੀਆਂ ਬਾਅਦ ਪਿਤਾ ਜੀ ਦਾ ਮਨ ਠੰਡਾ ਜਿਹਾ ਹੋ ਗਿਆ ਨਾ, ਸ਼ਾਂਤ, ਸਾਹਿਬ ਜੀ ਬੋਲੇ ਪਿਤਾ ਜੀ ਮੇਰੀਆਂ ਖਤਾਵਾਂ ਬਖਸ਼ ਲੋ ਜੋ ਪਿੱਛੇ ਮੇਰੇ ਕੋਲੋਂ ਹੋ ਗਈਆਂ ਨੇ। ਨਹੀਂ ਬੇਗਾਰੋ ਕਾਰਜ ਫੇਰੀ। ਮੈਂ ਅੱਜ ਤੋਂ ਬਾਅਦ ਤੁਹਾਡੇ ਘਰ ਦਾ ਕੋਈ ਕੰਮ ਨਹੀਂ ਵਿਗਾੜਾਂਗਾ। ਜਿਉ ਰਾਵਰ ਕੀ ਹੋਏ ਰਜਾਈ। ਪਿਤਾ ਜੀ ਜਿਵੇਂ ਤੁਸੀਂ ਮੈਨੂੰ ਆਗਿਆ ਕਰੋਗੇ ਤਿਉ ਮੈਂ ਕਰਹੂੰ ਪ੍ਰੀਤ ਲਗਾਈ। ਮੈਂ ਪ੍ਰੇਮ ਨਾਲ ਉਹ ਕੰਮ ਕਰਾਂਗਾ ਜਿਸ ਕੰਮ 'ਚ ਤੁਸੀਂ ਮੈਨੂੰ ਲਾਓਗੇ। ਉਚਿਤ ਕਰਨ ਕੇ ਮੋਕੋ ਜੋ। ਤੁਸੀਂ ਦੱਸੋ, ਤੁਸੀਂ ਵੱਡੇ ਹੋ, ਮੇਰੇ ਕਰਨ ਲਈ ਕੀ ਉਚਿਤ ਹੈ? ਮੈਂ ਕਿਹੜਾ ਕੰਮ ਸਹੀ ਢੰਗ ਨਾਲ ਕਰ ਸਕਦਾ? ਅਬ ਕਹੀਏ ਕਰਹੂੰ ਮੈਂ ਸੋ। ਤੁਸੀਂ ਹੁਣੇ ਕਹੋ, ਮੈਂ ਹੁਣੇ ਸ਼ੁਰੂ ਕਰ ਦਿੰਨਾ। ਜਿਹੜਾ ਕੰਮ ਤੁਸੀਂ ਕਹੋਗੇ ਕਰਨ ਨੂੰ, ਉਹ ਕੰਮ ਮੈਂ ਕਰ ਦਿੰਨਾ, ਆਰੰਭ ਦਿੰਨਾ ਹਾਂ। ਮ੍ਰਿਦੁਲ ਮధుਰ ਨਿਮਰੀ ਸੁਨ ਬਾਨੀ। ਜਦੋਂ ਸਤਿਗੁਰੂ ਜੀ ਨੇ ਬੜੇ ਪਿਆਰੇ ਤੇ ਮਿੱਠੇ ਤੇ ਵਿਨਮਰ ਜੇ ਬੋਲ ਬੋਲੇ, ਪਿਤਾ ਜੀ ਨੇ ਸੁਣੇ। ਭੀ ਕਾਲੂ ਕੇ ਮਨ ਸੁਖਦਾਨੀ। ਪਿਤਾ ਜੀ ਦਾ ਵੀ ਮਨ ਠੰਡਾ ਜਿਹਾ ਹੋਇਆ ਵੀ ਚਲੋ ਕੁਝ ਤਾਂ ਬੋਲਿਆ ਨਾ ਕੋ, ਤੇ ਪਿਆਰ ਨਾਲ ਬੋਲਿਆ, ਗਲਤੀ ਵੀ ਮੰਨਦਾ। ਤੋ ਪਿਤਾ ਜੀ ਦਾ ਇੱਕਦਮ ਮਨ ਬੜਾ ਸਕੂਨ ਜੇ ਨਾਲ ਭਰ ਗਿਆ।
ਜਾਨ ਆਪਨੇ ਸੁਤ ਅਨੁਸਾਰੀ। ਵੇਖਿਆ ਮੇਰਾ ਪੁੱਤਰ ਮੇਰੇ ਅਨੁਸਾਰ ਹੀ ਹੋ ਕੇ ਬੋਲ ਰਿਹਾ ਹੈ। ਧਨ ਖਾਟਨ ਕੀ ਗਿਰਾ ਉਚਾਰੀ। ਇਹਨੇ ਪੈਸੇ ਕਮਾਉਣ ਦੀ ਗੱਲਬਾਤ ਵੀ ਮੈਨੂੰ ਹਾਮੀ ਭਰ ਦਿੱਤੀ ਹੈ। ਹਾਂਜੀ, ਸੁਨ ਸੁਤ ਪੂਰਬ ਭਾਕ੍ਰਿਖਕਾਰੀ। ਪਿਤਾ ਜੀ ਨੇ ਤਾਂ ਹੁਣ ਇੱਕੋ ਹੀ ਸਿੱਖਿਆ ਦੇਣੀ ਸੀ ਵੀ ਪੈਸਾ ਕਿਵੇਂ ਕਮਾਉਣਾ। ਸਤਿਗੁਰਾਂ ਨੇ ਜਦੋਂ ਕਿਹਾ, ਪਿਤਾ ਜੀ ਨੇ ਫਿਰ ਬੋਲੇ, ਕਹਿਣ ਲੱਗੇ ਬੇਟਾ ਕੰਮ ਤਾਂ ਬਹੁਤ ਨੇ ਸੰਸਾਰ 'ਚ ਕਰਨ ਵਾਲੇ। ਪਸ਼ੂ ਚਰਾਏ ਸੋ ਦੀਨ ਉਜਾਰੀ। ਮੈਂ ਤੈਨੂੰ ਪਹਿਲਾਂ ਪਸ਼ੂ ਚਾਰਨ ਭੇਜਿਆ ਸੀ, ਤੂੰ ਲੋਕਾਂ ਦੀਆਂ ਫਸਲਾਂ ਉਜਾੜ ਆਉਂਦਾ ਰਿਹਾ ਹੈ। ਮੁਝ ਮਨ ਮੈਂ ਥੀ ਐਸ ਵਿਚਾਰਾ। ਮੇਰੇ ਮਨ 'ਚ ਤਾਂ ਪੁੱਤਰ ਬੜੀਆਂ ਰੀਝਾਂ ਸੀ, ਮੈਂ ਤਾਂ ਇਹ ਸੋਚਦਾ ਸੀ ਦਿਉ ਬਸਾਇਕ ਗ੍ਰਾਮ ਕਿ ਨਿਰਾਰਾ। ਮੈਂ ਤੈਨੂੰ ਇੱਕ ਵੱਖਰਾ ਪਿੰਡ ਵਸਾ ਦਿਆਂਗਾ। ਤੈਨੂੰ ਖੇਤੀ ਕਰਨ ਲਾਇਆ ਸੀ, ਇੱਕ ਤੂੰ ਖੇਤੀ ਕਰੇਗਾ, ਜ਼ਿਮੀਂਦਾਰਾ ਕਰੇਗਾ, ਪੈਸੇ ਕਮਾਵੇਂਗਾ, ਤੇਰਾ ਪਿੰਡ ਹੀ ਵੱਖਰਾ ਵਸਾ ਦਿਆਂਗਾ। ਮੈਂ ਤਾਂ ਇਹ ਸੋਚਿਆ ਸੀ ਤੂੰ ਪਿੰਡ ਤਾਂ ਮੈਨੂੰ ਉਹ ਵਸਾਣਾ ਤਾਂ ਕਿਤੇ ਰਿਹਾ, ਜਿਹੜਾ ਬੀਜ ਦਿੱਤਾ ਸੀ ਤੈਨੂੰ 1.25 ਮਣ ਉਹ ਵੀ ਮੇਰਾ ਘਰ ਨਹੀਂ ਪਰਤਿਆ। ਤੂੰ ਉਹ ਵੀ ਫਸਲ ਪੈਦਾ ਕਰਕੇ ਜਾਨਵਰਾਂ ਕੋਲੋਂ ਪਸ਼ੂਆਂ ਕੋਲੋਂ ਚਰਵਾ ਦਿੱਤੀ ਹੈ। ਸੋ ਤੋ ਰਹੇ ਮਨੋਰਥ ਮੇਰਾ। ਉਹ ਤਾਂ ਬੱਚਿਆ ਹੁਣ ਮੇਰੀਆਂ ਮਨ ਦੀਆਂ ਰਹਿ ਗਈਆਂ। ਹੁਣ ਮੈਂ ਨਹੀਂ ਜਾਣਦਾ ਵੀ ਤੇਰੇ ਨਾਂ ਦਾ ਕੋਈ ਮੈਂ ਵੱਖਰਾ ਪਿੰਡ ਵਸਾਵਾਂਗਾ। ਉਹ ਤਾਂ ਹੁਣ ਰਹਿ ਗਈਆਂ ਮੇਰੇ ਮਨ ਦੀਆਂ ਜੋ ਮੈਂ ਸੋਚੀਆਂ ਸਨ। ਭੰਗ ਤਕੈ ਜਿਉ ਗਿਰ ਸਿਰ ਹੇਰੇ। ਇਹ ਤਾਂ ਬੱਚਿਆ ਉਹ ਗੱਲਾਂ ਨੇ ਜਿਵੇਂ ਕੋਈ ਪਿੰਗਲਾ ਹੋਵੇ ਤੇ ਆਖੇ ਮੈਂ ਪਹਾੜ ਦੇ ਸਿਖਰ ਤੇ ਚੜ੍ਹਦਾ। ਉਹ ਤਾਂ ਹੁਣ ਰਹਿ ਗਈਆਂ ਮੇਰੇ ਮਨ ਦੀਆਂ। ਪਿੰਗਲਾ ਮਨ 'ਚ ਜਿੰਨਾ ਮਰਜ਼ੀ ਸੋਚੇ ਵੀ ਮੈਂ ਪਹਾੜ ਦੇ ਸਿਖਰ ਤੇ ਚੜ੍ਹਨਾ, ਉਹ ਨਹੀਂ ਚੜ੍ਹ ਸਕਦਾ। ਹੁਣ ਜਿਹੜਾ ਮੈਂ ਸੋਚਿਆ ਸੀ ਉਹ ਤਾਂ ਹੋਣਾ ਨਹੀਂ, ਪਿੰਡ ਤਾਂ ਤੂੰ ਵਸਾਣਾ ਨਹੀਂ। ਤੂੰ ਤਾਂ ਜਿਹੜਾ ਮੇਰਾ ਮਾੜਾ ਮੋਟਾ ਵਸਦਾ ਉਹ ਵੀ ਉਜਾੜਨ ਨੂੰ ਫਿਰਦਾ। ਇਸ ਕਰਕੇ ਬੇਟਾ ਹੁਣ ਤਾਂ ਪਿੰਗਲੇ ਵਾਂਗੂ ਜਿਵੇਂ ਕੋਈ ਪਿੰਗਲਾ ਪਹਾੜ ਤੇ ਚੜ੍ਹਨਾ ਚਾਹੇ ਤਾਂ ਨਹੀਂ ਚੜ੍ਹ ਸਕਦਾ, ਉਹ ਮੇਰੀ ਹਾਲਤ ਹੈ। ਮੁਝ ਤੇ 20 ਕਾਰਿਖ ਲੀਜੈ। ਚੱਲ ਹੁਣ ਹੋਰ ਕੰਮ ਤੈਨੂੰ ਮੈਂ ਲਾਉਣਾ, ਉਹਦੇ 'ਚ ਤੂੰ ਕਾਮਯਾਬ ਹੋ ਜਾਏ ਤਾਂ ਵੀ ਮੈਂ ਰੱਬ ਦਾ ਸ਼ੁਕਰਗੁਜ਼ਾਰ ਹੋਵਾਂ। ਆ ਮੇਰੇ ਕੋਲੋਂ 20 ਰੁਪਈਏ ਲੈ ਲੈ। ਕਾਰਖ ਕਹਿੰਦੇ ਆ 20 ਰੁਪਈਆਂ ਨੂੰ। ਰੁਪਈਆ ਖਾਲਸਾ ਜੀ ਅਵਿਦਤ ਲੋਕ, ਉਹਨਾਂ ਨੂੰ ਇਸ ਗੱਲ ਦਾ ਬੋਧ ਨਹੀਂ, ਜਾਣਕਾਰੀ ਨਹੀਂ ਕਿ ਜਿਹੜਾ ਰੁਪਈਆ ਸ਼ਬਦ ਹੈ ਨਾ ਇਹ ਰੂਪੇ ਤੋਂ ਬਣਿਆ। ਰੂਪਾ ਕਹਿੰਦੇ ਆ ਚਾਂਦੀ ਨੂੰ। ਧੰਨ ਗੁਰੂ ਨਾਨਕ ਸਾਹਿਬ ਤੋਂ ਵੀ ਤਕਰੀਬਨ 900 ਸਾਲ ਪਹਿਲਾਂ ਹੋਂਦ 'ਚ ਆ ਗਿਆ ਸੀ ਰੁਪਈਆ। ਸਿੱਕੇ ਜਿਹੜੇ ਬਣਨੇ ਸ਼ੁਰੂ ਹੋ ਗਏ ਸੀ ਹਿੰਦੁਸਤਾਨ 'ਚ। ਅੱਜ ਕੱਲ ਵੇਖੋ ਸਤਿਗੁਰਾਂ ਦੇ ਸਿਧਾਂਤ ਦੇ ਉੱਤੇ ਕਿਤਨੇ ਪ੍ਰਕਾਰ ਦੀਆਂ ਚੋਟਾਂ ਮਾਰੀਆਂ ਜਾਂਦੀਆਂ, ਜਾਣ ਬੁੱਝ ਕੇ ਮਾਰੀਆਂ ਜਾਂਦੀਆਂ ਨੇ ਜਾਂ ਅਗਿਆਨ ਵਿੱਚ। ਇਹਦੇ ਬਾਰੇ ਮੈਂ ਜਾਣਦਾ ਨਹੀਂ ਕੀ ਮਨਸਾ ਹੈ ਉਹਨਾਂ ਦੀ। ਆਖੇ ਜੀ ਉਦੋਂ ਤਾਂ 20 ਰੁਪਈਏ ਹੀ ਨਹੀਂ ਸੀ ਹੁੰਦੇ ਤੇ ਲੰਗਰ ਕਿਵੇਂ ਲਾਇਆ 20 ਰੁਪਇਆਂ ਦਾ। ਪਤਾ ਨਹੀਂ ਜਿਹੜੇ ਉਹ ਇੱਕ ਆਲੋਚਨਾ ਵਾਲੇ ਪਾਸੇ ਪੈ ਗਏ। ਗੁਰੂ ਸਾਹਿਬ ਦੀ ਅੰਮ੍ਰਿਤ ਕਥਾ ਚੱਲ ਰਹੀ ਹੈ। ਰੁਪਈਏ ਜਿਹੜੇ ਨੇ ਉਹ ਗੁਰੂ ਖਾਲਸਾ ਜੀ ਮਹਾਰਾਜ ਜੀ ਤੋਂ ਵੀ ਸੈਂਕੜੇ ਸਾਲ ਪਹਿਲਾਂ ਹਿੰਦੁਸਤਾਨ 'ਚ ਬਣ ਗਏ ਸੀ। ਰੂਪੇ ਤੋਂ, ਰੂਪਾ ਗੁਰਬਾਣੀ ਦੇ ਵਿੱਚ ਚਾਂਦੀ ਵਾਸਤੇ ਸਤਿਗੁਰਾਂ ਨੇ ਵਰਤਿਆ। ਰੂਪਾ ਉਹਦੇ ਤੋਂ ਬਣਿਆ ਰੁਪਇਆ, ਰੁਪਏ। ਹੁਣ ਜਦੋਂ ਇਕੱਠੇ ਹੋ ਜਾਣ ਰੁਪੀਸ ਕਹਿਣ ਲੱਗ ਪਏ ਅੰਗਰੇਜ਼ੀ ਵਿੱਚ, ਪਰ ਮੁੱਢਲਾ ਸ਼ਬਦ ਜਿਹੜਾ ਰੂਪੇ ਤੋਂ, ਚਾਂਦੀ ਤੋਂ ਬਣੇ ਹੋਏ ਰੁਪਈਏ। ਤੇ ਉਹ ਹਿੰਦੁਸਤਾਨ ਦੀ ਕਰੰਸੀ ਸੀ ਪਹਿਲਾਂ, ਹੁਣ ਵੀ ਚੱਲਦੀ ਹੈ। ਤੋ ਉਦੋਂ ਸਤਿਗੁਰਾਂ ਦੇ ਵੇਲੇ ਸੀਗੇ ਰੁਪਈਏ। ਇਸ ਕਰਕੇ ਹੁਣ ਤਾਂ ਉਹ ਮਿਲਦੇ ਵੀ ਆ। ਕਈਆਂ ਨੇ ਬੜੇ ਬੜੇ ਪੁਰਾਣੇ ਸਿੱਕੇ ਆਪਣੇ ਕੋਲ ਰੱਖੇ ਹੋਏ ਨੇ, ਹਜ਼ਾਰ ਸਾਲ ਪੁਰਾਣੇ ਵੀ ਸਿੱਕੇ ਸਾਂਭ ਕੇ ਰੱਖੇ ਹੋਏ ਲੋਕਾਂ ਨੇ। ਤੋ ਉਹਨਾਂ ਦੇ ਤੋਲ ਦੇ ਮੁਤਾਬਕ ਉਹ ਬਣਾਏ ਜਾਂਦੇ ਸਨ। ਤੋ ਮਹਾਰਾਜ ਜੀ ਨੂੰ ਪਿਤਾ ਜੀ ਕਹਿ ਰਹੇ ਨੇ ਕਿ ਬੇਟਾ ਨਾਨਕ ਮੈਂ ਤੈਨੂੰ 20 ਰੁਪਈਏ ਦੇਵਾਂਗਾ। ਆਨ ਸਥਾਨ ਪਿਆਨੋ ਕੀਜੈ। ਉਹ 20 ਰੁਪਈਏ ਲੈ ਕੇ ਤੇ ਤੂੰ ਕਿਸੇ ਦੂਜੇ ਸ਼ਹਿਰ 'ਚ ਜਾ, ਜਿੱਥੇ ਕੋਈ ਵਪਾਰ ਦੀ ਚੰਗੀ ਵਸਤੂ ਮਿਲਦੀ ਹੋਵੇ ਉੱਥੋਂ ਖਰੀਦੀ। ਜਿੱਥੋਂ ਸਸਤੀ ਮਿਲਦੀ ਹੋਵੇ ਉੱਥੋਂ ਖਰੀਦ ਕੇ, ਜਿੱਥੇ ਮਹਿੰਗੀ ਵਿਕਦੀ ਹੋਵੇ ਉੱਥੇ ਜਾ ਕੇ ਵੇਚ ਦੇਈਂ ਤੇ ਖਰਾ ਸੌਦਾ ਕਰਕੇ ਆਵੀਂ। ਜਿਹਦੇ 'ਚ ਬਹੁਤ ਜ਼ਿਆਦਾ ਮੁਨਾਫਾ ਹੋਵੇ
ਏਦਾਂ ਦਾ ਵਪਾਰ ਕਰਕੇ ਆਵੀਂ। ਏਰ ਲਾਭ ਦਾ ਵਸਤ ਵਿਚਾਰੀ, ਜਿਹਦੇ ਚ ਬਹੁਤ ਸਾਰਾ ਲਾਭ ਹੋਵੇ, ਮੁਨਾਫਾ ਹੋਵੇ, ਉਹਦੇ ਵਿੱਚੋਂ ਕਹਿੰਦੇ ਉਹ ਮੁਨਾਫੇ ਵਾਲਾ ਲਾਭ ਵਾਲਾ ਸੌਦਾ ਪੁੱਤਰ ਖੱਟ ਕੇ ਲਿਆਈ। ਇਹ 20 ਰੁਪਈਏ ਬਹੁਤ ਹੁੰਦੇ ਆ ਅੱਜ ਦੇ ਸਮੇਂ ਵਿੱਚ। ਬਨ ਜੋ ਨਿਜ ਮਤ ਕੇ ਅਨੁਸਾਰੀ, ਤੇ ਮੈਂ ਨਹੀਂ ਤੈਨੂੰ ਕਹਿੰਦਾ ਵੀ ਤੂੰ ਆਹ ਵਪਾਰ ਕਰ ਜਾਂ ਨਾ ਕਰ। ਤੇਰੀ ਜਿਹੜੀ ਮੱਤ ਦੇ ਵਿੱਚ ਤੇਨਾ ਦਿਮਾਗ ਕੰਮ ਕਰੇ ਵੀ ਆਹ ਵਪਾਰ ਕਰਨਾ, ਇਹਦੇ 'ਚ ਬਹੁਤ ਜ਼ਿਆਦਾ ਮੁਨਾਫਾ ਹੋਵੇਗਾ, ਬਹੁਤ ਸਾਰਾ ਲਾਭ ਹੋਵੇਗਾ, ਬਸ ਉਹ ਕਰਕੇ ਆ ਜੀ। ਪਿਤਾ ਜੀ ਨੇ ਆਪ ਹੀ ਖੁੱਲ੍ਹ ਦਿੱਤੀ ਹੈ ਵੀ ਜਿਹਦੇ 'ਚ ਬਹੁਤ ਜ਼ਿਆਦਾ ਲਾਭ ਹੋਵੇ, ਮੁਨਾਫਾ ਹੋਵੇ, ਉਹ ਲਾਭ ਉਹ ਵਪਾਰ ਕਰਕੇ ਆਈ। ਤੇ ਮੇਰੇ ਸਤਿਗੁਰਾਂ ਨੇ ਵੇਖਿਆ ਵੀ ਇਹਦੇ ਤੋਂ ਵੱਧ ਮੁਨਾਫਾ ਕਿੱਥੇ ਹੋਣਾ, ਜਿਹੜਾ ਲੰਗਰ ਛਕਾਉਣਾ, 20 ਰੁਪਇਆਂ ਦਾ ਲੰਗਰ ਲਾਉਣਾ। ਵੀ ਆਉਣ ਵਾਲੇ ਸੈਂਕੜਿਆਂ ਸਾਲਾਂ ਤੱਕ ਲੋਕਾਂ ਨੂੰ ਇਹਦਾ ਮੁਨਾਫਾ ਮਿਲਦਾ ਹੀ ਰਹਿਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਜ਼ਾਰਾਂ ਲੱਖਾਂ ਲੋਕਾਂ ਨੂੰ ਜਿੱਥੇ ਕੋਈ ਤਰਾਸਦੀ ਆਵੇ ਉੱਥੇ ਜਾਣਗੇ ਮੇਰੇ ਸਿੱਖ ਲੰਗਰ ਲੈ ਕੇ। ਜਿੱਥੇ ਕੋਈ ਭੁੱਖਾ ਬੈਠਾ ਹੋਵੇ ਉੱਥੇ ਗੁਰੂ ਕਾ ਲੰਗਰ ਜਾ ਕੇ ਪਹੁੰਚੇਗਾ। ਵੀ ਇਹਦੇ ਤੋਂ ਵੱਧ ਮੁਨਾਫੇ ਵਾਲਾ ਸੌਦਾ ਨਹੀਂ ਜੇ ਹੋਣਾ। ਪਿਤਾ ਜੀ ਨੇ ਵੀ ਕਿਹਾ, ਬੇਟਾ ਮੈਂ ਨਹੀਂ ਤੈਨੂੰ ਕਹਿੰਦਾ ਵੀ ਤੂੰ ਆਹ ਵਪਾਰ ਕਰ, ਜਿਹੜੇ ਕੰਮ ਨੂੰ ਤੇਰਾ ਮਨ ਕਰੇ ਵੀ ਚੰਗਾ ਲਾਭ ਹੋਵੇਗਾ ਉਹਦੇ 'ਚ, ਉਹ ਲਾਭ ਪ੍ਰਾਪਤ ਕਰਨ ਵਾਸਤੇ ਵਪਾਰ ਕਰ ਲਵੇਂ। ਅਬ ਕੇ ਜੇ ਆਨੋ ਸੁਭ ਸੌਦਾ, ਤੇ ਜੇ ਪੁੱਤਰ ਕੋਈ ਚੰਗਾ ਖਰਾ ਸੌਦਾ ਤੂੰ ਘਰ ਲੈ ਕੇ ਆਇਆ ਨਾ ਇਸ ਵਾਰ, ਪੁਨ ਬਹੁ ਤਨ ਦਿਉ ਉਰ ਪਰ ਮੋਦਾ, ਫਿਰ ਮੈਂ ਤੈਨੂੰ ਹੋਰ ਪੈਸੇ ਦਿਆਂਗਾ, ਹੋਰ ਧਨ ਖੁਸ਼ੀ ਦੇ ਨਾਲ ਦੇਵਾਂਗਾ। ਨਿਜ ਪੂੰਜੀ ਤੁਮ ਰੱਖੋ ਨਿਰਾਲੀ, ਤੇ ਤੂੰ ਇਹ 20 ਰੁਪਈਏ ਭਾਵੇਂ ਮੈਨੂੰ ਮੋੜਦੀ ਜਿਹੜੇ ਲੈ ਚੱਲਿਆ, ਇਹਦੇ ਨਾਲ ਜਿਹੜਾ ਮੁਨਾਫਾ ਹੋਵੇਗਾ ਉਹ ਤੂੰ ਆਪਣੇ ਵੱਖਰੇ ਰੱਖ ਲਈ। ਮੈਂ ਨਹੀਂ ਤੇਰੇ ਪੈਸਿਆਂ 'ਚ ਪੈਸੇ ਲੈਂਦਾ। ਵੀ ਤੂੰ ਆਪਣਾ ਪੈਸਾ ਜਿਹੜਾ ਟਕਾ ਜਿਹੜਾ ਤੂੰ ਕਮਾਵੇਂਗਾ ਉਹ ਤੂੰ ਵੱਖਰਾ ਆਪਣੇ ਪਾਸ ਹੀ ਰੱਖ ਲਵੀਂ, ਵੱਖਰਾ ਮੇਰੇ ਤੋਂ। ਕਰੋ ਬਨਜ ਇਹ ਰੀਤ ਸੁਖਾਲੀ, ਏਦਾਂ ਇਹ ਸੁਖਾਲੇ ਤਰੀਕੇ ਨਾਲ ਪੁੱਤਰ ਜੀ ਤੁਸੀਂ ਵਣਜ ਕਰੋ ਨਾਨਕ ਜੀ। ਦਿਨ ਪ੍ਰਤ ਦਰਬ ਵਧਾਵੋ ਭਾਰੀ, ਔਰ ਦਿਨ ਪ੍ਰਤੀ ਦਿਨ ਆਪਣੇ ਕੋਲ ਪੈਸੇ ਵਧਾਓ, ਖੁਰਜੀਆਂ ਭਰ ਕੇ ਰੱਖੋ। ਫਿਰ ਗਾਗਰਾਂ ਭਰ ਕੇ ਆਪਾਂ ਮਿੱਟੀ 'ਚ ਦਬੜੀਆਂ ਕਰਨੀਆਂ ਨੇ। ਏਦਾਂ ਚੰਗਾ ਪੈਸਾ ਜਿਹੜਾ ਉਹ ਕਮਾ ਕਮਾ ਕੇ ਉਹਨੂੰ ਵਧਾਓ। ਬਾਹਰ ਸਪੂਤ ਕਹੈ ਨਰ ਨਾਰੀ, ਫਿਰ ਲੋਕ ਆਖਣਗੇ ਪਟਵਾਰੀ ਦਾ ਪੁੱਤਰ ਬੜਾ ਲਾਇਕ ਪੁੱਤਰ ਹੈ, ਬੜਾ ਕਮਾਈ ਕਰਦਾ। ਲੋਕ ਆਖਣਗੇ ਜਿਹੜੇ ਅੱਜ ਕਹਿੰਦੇ ਆ ਨਾ, ਹੋਰ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਆ ਹੋਰ ਗੱਲਾਂ ਕਰਦੇ ਆ। ਹੁਣ ਜਦੋਂ ਕਮਾਈ ਕਰੋਗੇ ਲੋਕ ਆਖਣਗੇ ਪਟਵਾਰੀ ਦਾ ਪੁੱਤ ਬੜਾ ਸਿਆਣਾ ਸਪੂਤ ਪੁੱਤਰ ਹੈ। ਬਾਲਾ ਲਿਓ ਦੂਸਰਾ ਸੰਗਾ, ਤੁਹਾਡੇ ਮਿੱਤਰ ਨੇ ਬਾਲਾ ਜੀ, ਉਹਨਾਂ ਨੂੰ ਆਪਣੇ ਨਾਲ ਲੈ ਜਾਓ, ਇਕੱਲੇ ਨਾ ਜਾਇਓ। ਭਾਈ ਬਾਲੇ ਨੂੰ ਆਪਣੇ ਨਾਲ ਲੈ ਜਾਓ, ਉਹਦੇ ਨਾਲ ਸਾਂਝ ਬਣਾ ਲਿਓ ਵਪਾਰ ਦੀ। ਸੁਤ ਜਾਵੋ ਅਬ ਸਹਿ ਤੂੰ ਮੰਗਾ, ਇਹ ਪੁੱਤਰ ਜੀ ਮੇਰੇ ਮਨ 'ਚ ਬੜੀਆਂ ਰੀਝਾਂ ਨੇ ਤੇ ਮੇਰੀਆਂ ਰੀਝਾਂ ਪੂਰੀਆਂ ਕਰੋ ਤੇ ਜਾਓ, ਚਾਹ ਦੇ ਨਾਲ, ਖੁਸ਼ੀ ਦੇ ਨਾਲ ਜਾਓ। ਕਹਿ ਬਾਲਾ ਸੁਨ ਗੁਰ ਦੁੱਖ ਕਦਨੰ, ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ, ਅੱਖਾਂ ਵੇਖੀ ਤੇ ਕਹਿ ਰਹੇ ਨੇ, ਹੇ ਗੁਰੂ ਅੰਗਦ ਸਾਹਿਬ ਜੀ ਸੁਣੋ। ਦਾਸ ਪਠਾਇਓ ਤਬ ਮੁਝ ਸਾਧਨੰ, ਕਹਿੰਦੇ ਪਿਤਾ ਜੀ ਨੇ ਉਸੇ ਵੇਲੇ ਆਪਣਾ ਇੱਕ ਨੌਕਰ ਮੇਰੇ ਘਰ ਮੈਨੂੰ ਬੁਲਾਉਣ ਭੇਜਿਆ। ਗਇਓ ਸੰਗ ਮੈਂ ਤੇ ਅਸਥਾਨੰ, ਕਹਿੰਦੇ ਮੈਂ ਉਸੇ ਵਕਤ ਨਾਲ ਚੱਲ ਪਿਆ ਜਹ ਕਾਲੂ ਨਾਨਕ ਗਤ ਦਾਨੰ, ਜਿੱਥੇ ਗੁਰੂ ਨਾਨਕ ਸਾਹਿਬ ਤੇ ਪਿਤਾ ਮਹਿਤਾ ਕਾਲੂ ਜੀ ਸਨ। ਮੁਝ ਕੋ ਸਾਦਰ ਨਿਕਟ ਬਿਠਾਇੰ, ਕਹਿੰਦੇ ਪਿਤਾ ਜੀ ਨੇ ਬੜਾ ਆਦਰ ਸਤਕਾਰ ਕਰਕੇ ਮੈਨੂੰ ਆਪਣੇ ਕੋਲ ਬਿਠਾਇਆ। ਇਤ ਭੋਜਨ ਕੇ ਬਚਨ ਅਲਾਇੰ, ਔਰ ਮੈਨੂੰ ਕਿਹਾ ਕਿ ਪ੍ਰਸ਼ਾਦਾ ਛਕੋ ਬਾਲਾ ਜੀ, ਭੋਜਨ ਤਿਆਰ ਹੈ। ਸੁਨ ਬਾਲੇ ਤੂੰ ਹੈ ਮਤਵਾਨੰ, ਹਾਂ ਹਿਤ, ਫਿਰ ਕਹਿਣ ਲੱਗੇ ਹਿਤ ਭੇਜਨ ਕੇ ਬਚਨ ਅਲਾਇਓ। ਜੇ ਹੋੜਾ ਲਾ ਕੇ ਬੋਲ ਦਿਆਂਗੇ ਭੋਜਨ ਹੋ ਜਾਏਗਾ ਤੇ ਅਰਥ ਹੀ ਹੋਰ ਹੋ ਜਾਏਗਾ। ਭੇਜਨ ਵੀ ਭੇਜਣ ਵਾਸਤੇ ਮੈਨੂੰ ਬਚਨ ਲਾਇਆ ਵੀ ਤੁਹਾਨੂੰ ਭੇਜਣਾ ਨਾਲ। ਬਾਲਾ ਜੀ ਸੁਣੋ, ਕੀਜੈ ਨਾਨਕ ਸੰਗ ਪਿਆਨੰ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਾਓ। ਹੋਏ ਲਾਭ ਦਾ ਸੌਦਾ ਜੋ, ਕੋਈ ਚੰਗੇ ਲਾਭ ਵਾਲਾ ਮੁਨਾਫੇ ਵਾਲਾ ਸੌਦਾ ਹੋਵੇ।
ਲੇਹੋ ਸੰਭਾਰ ਆਨੀਐ ਸੋ ਉਹ ਖਰਾ ਸੌਦਾ ਸੰਭਾਲ ਕੇ ਘਰ ਲੈ ਕੇ ਆਓ। ਅਸ ਕੈ 20 ਰਜਤ ਪਣ ਦੀਨੇ। ਏਦਾਂ ਕਹਿ ਕੇ ਉਹ 20 ਰੁਪਏ ਪਿਤਾ ਜੀ ਨੇ ਮੇਰੀ ਤਲੀ ਤੇ ਧਰੇ, ਭਾਈ ਬਾਲਾ ਜੀ ਕਹਿੰਦੇ। ਉਹ 20 ਰੁਪਏ ਉਹਨਾਂ ਨੇ ਮੈਨੂੰ ਦਿੱਤੇ। ਭਲ ਬਿਦ ਸੋ ਮੁਝ ਸੌਂਪਨ ਕੀਨੇ। ਆਖਿਆ ਵੀ ਨਾਨਕ ਦਾ ਤਾਂ ਥੋੜਾ ਜਿਹਾ ਬੇਪਰਵਾਹ ਆ, ਪੈਸਾ ਟਿਕੇ ਦਾ ਕੰਮ ਹੈ, ਤੂੰ ਸਾਂਭ ਕੇ ਰੱਖੀ ਆਪਣੇ ਕੋਲ ਤੇ ਨਾਲ ਜਾਈ ਤੇ ਜਿੱਥੇ ਚੰਗਾ ਖਰਾ ਸੌਦਾ ਹੋਵੇ ਉੱਥੋਂ ਖਰਾ ਸੌਦਾ ਵਿਹਾਜ ਕੇ ਲੈ ਕੇ ਆਉਣਾ, ਜਿਹਦੇ ਵਿੱਚ ਚੰਗਾ ਲਾਭ ਹੋਵੇ। ਭਾ ਤਿਆਰ ਮੈਂ ਮਾਨ ਨਿਦੇਸਾ। ਤੇ ਮੈਂ ਪਿਤਾ ਜੀ ਦੇ ਬਚਨ ਮੰਨ ਕੇ ਨਾਲ ਚੱਲਣ ਨੂੰ ਤਿਆਰ ਹੋ ਗਿਆ। ਚੱਲੇ ਮੁਕੰਦ ਜੇ ਕਟਤ ਕਲੇਸਾ। ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਬਾਲਾ ਜੀ ਦੇ ਸਮੇਤ ਚੱਲ ਪਏ, ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ। ਟੁਰੇ ਨੇ ਸਿਆਲਕੋਟ ਵਾਲੇ ਪਾਸੇ ਨੂੰ, ਟੁਰੇ ਨੇ ਚੂੜਕਾਣੇ ਦੀ ਮੰਡੀ ਵਾਲੇ ਪਾਸੇ ਨੂੰ, ਟੁਰੇ ਨੇ ਜਿੱਥੇ ਮੇਰੇ ਸਾਹਿਬਾਂ ਦਾ ਅੱਜ ਵੀ ਪਵਿੱਤਰ ਸਥਾਨ ਹੈ। ਖਰਾ ਸੌਦਾ ਪਾਤਸ਼ਾਹ ਨੇ ਜਿੱਥੇ ਕੀਤਾ, ਸੱਚਾ ਸੌਦਾ ਜਿੱਥੇ ਪਾਤਸ਼ਾਹ ਨੇ ਕੀਤਾ ਹੈ, ਉੱਥੇ ਜਾ ਕੇ ਜਿਵੇਂ ਜੀਵਾਂ ਦਾ ਉਧਾਰ ਕਰ ਰਹੇ ਨੇ, ਰਿਸ਼ੀਆਂ ਮੁਨੀਆਂ ਮਹਾਂਪੁਰਸ਼ਾਂ ਤੋਂ ਕਿਰਤਾਰਥ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਸਾਹਿਬ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਹੇ ਤਾਸ। ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹ ਕਹਿ ਸਦਾ ਸੰਗ, ਲੇ ਧਾਰਾ ਹੇ ਆਧਾਰ। ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮਦਾਨ, ਰਾਖੋ ਹੀਐ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ। ਇਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ। ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।